ਗੁੱਡ ਆਫਟਰਨੂਨ। ਖੇਡ ਖਿਡਾਰੀ ਦੇ ਇਸ ਐਪੀਸੋਡ ਵਿੱਚ ਤੁਹਾਡਾ ਪ੍ਰਭਜੋਤ ਸਿੰਘ ਵੱਲੋਂ ਸਵਾਗਤ ਹੈ। ਠੀਕ ਹੈ, ਕਰੋਨਾ ਵਾਇਰਸ ਕਰਕੇ ਖੇਡਾਂ ਦੀ ਐਕਟੀਵਿਟੀ ਤਾਂ ਸ਼ੁਰੂ ਨਹੀਂ ਹੋਈ, ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਖੇਡਾਂ ਵਿੱਚ ਕੁਝ ਵੀ ਨਹੀਂ ਹੋ ਰਿਹਾ। ਜੇ ਅਸੀਂ ਧਿਆਨ ਨਾਲ ਦੇਖੀਏ, ਬਹੁਤ ਸਾਰੇ ਸਰਕਾਰਾਂ ਨੇ ਕੁਝ ਫੈਸਲੇ ਲਏ ਨੇ ਇਹਨਾਂ ਦਿਨਾਂ ਵਿੱਚ ਅਤੇ ਇਹ ਅਲਾਓ ਕੀਤਾ ਹੈ ਕਿ ਖਿਡਾਰੀ ਲੋਕ ਮੈਦਾਨਾਂ ਵਿੱਚ ਜਾ ਕੇ ਟ੍ਰੇਨਿੰਗ ਕਰ ਸਕਦੇ ਨੇ, ਈਵਨ ਕੰਪੀਟੀਸ਼ਨ ਕਰ ਸਕਦੇ ਨੇ, ਲੇਕਿਨ ਦਰਸ਼ਕ ਨਹੀਂ ਰਹਿਣਗੇ। ਸੋ ਦਰਸ਼ਕਾਂ ਬਿਨਾਂ ਸਪੋਰਟਸ ਕੰਪੀਟੀਸ਼ਨ ਸ਼ੁਰੂ ਹੋ ਗਏ ਨੇ ਔਰ ਜਰਮਨ ਦੀ ਜਿਹੜੀ ਸੁਪਰ ਫੁੱਟਬਾਲ ਲੀਗ ਹੈ, ਜਿਵੇਂ ਪਿਛਲੀ ਵਾਰੀ ਦੱਸਿਆ ਸੀ, ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼ੁਰੂ ਹੋ ਗਈ ਸੀ। ਕੁਝ ਹੋਰ ਦੇਸ਼ਾਂ ਨੇ ਵੀ ਆਪਣੀਆਂ ਖੇਡ ਗਤੀਵਿਧੀਆਂ ਨੂੰ ਇਜਾਜ਼ਤ ਦੇ ਦਿੱਤੀ ਹੈ। ਹੁਣੇ ਰਸ਼ੀਆ ਨੇ ਫੈਸਲਾ ਕੀਤਾ ਕਿ ਵਿਦੇਸ਼ੀ ਖਿਡਾਰੀ ਤੇ ਵਿਦੇਸ਼ੀ ਕੋਚ ਤੇ ਖੇਡ ਅਧਿਕਾਰੀ ਹੁਣ ਰਸ਼ੀਆ ਵਿੱਚ ਆ ਕੇ ਟ੍ਰੇਨਿੰਗ ਕਰ ਸਕਦੇ ਨੇ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਕੰਟਰੀਆਂ ਨੇ ਇਦਾਂ ਦੇ ਫੈਸਲੇ ਲਏ ਨੇ। ਭਾਰਤ ਨੇ ਫੈਸਲਾ ਲਿਆ ਹੈ ਕਿ ਸਟੇਡੀਅਮ ਵਿੱਚ ਤੁਸੀਂ ਤਿਆਰੀ ਕਰ ਸਕਦੇ ਹੋ, ਟ੍ਰੇਨਿੰਗ ਕਰ ਸਕਦੇ ਹੋ, ਕੰਪੀਟੀਸ਼ਨ ਕਰ ਸਕਦੇ ਹੋ, ਲੇਕਿਨ ਦਰਸ਼ਕ ਅਲਾਉਡ ਨਹੀਂ ਹੋਣਗੇ। ਜਦੋਂ ਇਸ ਤਰ੍ਹਾਂ ਦੀ ਐਕਟੀਵਿਟੀ ਸ਼ੁਰੂ ਹੋ ਗਈ ਹੈ ਔਰ ਉਸ ਦੇ ਨਾਲ ਜਿਹੜੀ ਬੈਕਗ੍ਰਾਉਂਡ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ, ਉਹ ਬੜੀ ਹੈਰਾਨੀਜਨਕ ਹੈ। ਇੱਕ ਪਾਸੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬੈਕ ਨੇ ਕਿਹਾ ਹੈ ਕਿ ਜੇ ਟੋਕੀਓ ਓਲੰਪਿਕਸ ਹੁਣ ਪੋਸਟਪੋਨਮੈਂਟ ਤੋਂ ਬਾਅਦ 2021 ਵਿੱਚ ਨਹੀਂ ਹੁੰਦੀਆਂ ਤਾਂ ਇਹ ਕੈਂਸਲ ਕਰ ਦਿੱਤੀਆਂ ਜਾਣਗੀਆਂ। ਸ਼ਾਇਦ ਮੁੜ ਕੇ ਦੁਬਾਰਾ ਨਵੀਂ ਡੇਟਸ ਨਹੀਂ ਮਿਲ ਸਕਣਗੀਆਂ, ਬਿਕਾਜ਼ ਜਾਪਾਨ ਗਵਰਨਮੈਂਟ ਨੂੰ ਆਲਰੇਡੀ ਬਹੁਤ ਵੱਡਾ ਲਾਸ ਹੋ ਰਿਹਾ ਹੈ, ਫਿਸਕਲ ਲਾਸ ਹੋ ਰਿਹਾ ਹੈ ਇਹਦਾ ਪੋਸਟਪੋਨਮੈਂਟ ਹੋਣ ਕਰਕੇ। ਸੋ ਇੰਟਰਨੈਸ਼ਨਲ ਓਲੰਪਿਕ ਕਮੇਟੀ ਤੇ ਜਾਪਾਨ ਗਵਰਨਮੈਂਟ ਤੇ ਓਲੰਪਿਕ ਕਮੇਟੀ ਜਿਹੜੀ ਟੋਕੀਓ ਦੀ ਆਰਗੇਨਾਈਜ਼ਿੰਗ ਕਮੇਟੀ ਹੈ, ਇੱਕ ਕਲੋਜ਼ ਕੋਆਰਡੀਨੇਸ਼ਨ 'ਚ ਕੰਮ ਕਰ ਰਹੇ ਹਨ ਅਤੇ ਕੋਸ਼ਿਸ਼ ਕਰ ਰਹੇ ਹਨ ਕਿ ਖੇਡਾਂ ਜਿਹੜੀ ਹੁਣ ਨਵੀਆਂ ਡੇਟਸ ਨੇ 2021 ਦੀਆਂ, ਜੁਲਾਈ ਤੋਂ ਅਗਸਤ ਤੱਕ ਦੀਆਂ, ਉੱਥੇ ਹੋ ਜਾਣ। ਇਹ ਖੇਡਾਂ ਦੇ ਭਵਿੱਖ ਲਈ ਬੜਾ ਜ਼ਰੂਰੀ ਹੈ ਕਿ ਓਲੰਪਿਕਸ ਹੋ ਜਾਣ, ਲੇਕਿਨ ਅਗਰ ਇਹ ਖੇਡਾਂ ਬਿਕਾਜ਼ ਜਿੱਦਾਂ ਦਾ ਕਰੋਨਾ ਵਾਇਰਸ ਦਾ ਮਹਾਮਾਰੀ ਨੇ ਨੁਕਸਾਨ ਕੀਤਾ ਹੈ ਔਰ ਉਹਦੇ ਨਾਲ ਲੱਗਦਾ ਹੈ ਕਿ ਕਦੇ ਕਦੇ ਸ਼ੱਕ ਪੈਂਦਾ ਹੈ ਕਿ ਕੀ ਇਹ ਪੋਸੀਬਲ ਹੋਏਗਾ ਕਿ ਬਾਕੀ ਦੇਸ਼ਾਂ ਨੂੰ ਆਪਣੇ ਖਿਡਾਰੀ, ਆਪਣੇ ਟੀਮਾਂ ਤਿਆਰ ਕਰਕੇ ਟੋਕੀਓ ਵਿੱਚ ਲਿਆ ਸਕਣ ਅਤੇ ਉਹ ਇੱਕ ਖੁੱਲੇ ਐਟਮੋਸਫੇਅਰ ਵਿੱਚ, ਹੈਲਦੀ ਐਟਮੋਸਫੇਅਰ ਵਿੱਚ, ਬੇਸ਼ੱਕ ਦਰਸ਼ਕਾਂ ਬਿਨਾਂ ਹੀ ਹੋਵੇ, ਖੇਡਾਂ ਹੋ ਸਕਣਗੀਆਂ। ਬਿਕਾਜ਼ ਫਿਰ ਵੀ 10,000 ਐਥਲੀਟ ਓਲੰਪਿਕਸ ਵਿੱਚ ਹਿੱਸਾ ਲੈਂਦੇ ਨੇ। 10,000 ਐਥਲੀਟ ਨੂੰ ਇੱਕ ਥਾਂ ਤੇ ਰੱਖਣਾ, ਔਰ ਜਦੋਂ ਅਸੀਂ ਗੱਲ ਸੋਸ਼ਲ ਡਿਸਟੈਂਸਿੰਗ ਦੀ ਕਰਦੇ ਹਾਂ ਜਾਂ ਹੋਰ ਪ੍ਰੀਕਾਸ਼ਨ ਦੀ ਗੱਲ ਕਰਦੇ ਹਾਂ, 10,000 ਐਥਲੀਟ ਪਲੱਸ ਆਫੀਸ਼ੀਅਲਸ ਪਲੱਸ ਜਿਹੜਾ ਸਪੋਰਟਿੰਗ ਸਟਾਫ ਹੈ, ਡਾਕਟਰਸ ਨੇ, ਮੈਡੀਕਲ ਸਟਾਫ ਹੈ, ਟਰਾਂਸਪੋਰਟ ਸਟਾਫ ਹੈ, ਰਿਕਾਰਡਰਸ ਨੇ, ਜਿਨ੍ਹਾਂ ਨੇ ਸਟੈਟਿਸਟੀਅਨ ਨੇ, ਰਿਪੋਰਟਰਸ ਨੇ, ਟੀਵੀ ਕੈਮਰਾਮੈਨ ਨੇ, ਟੀਵੀ ਕ੍ਰਿਊਜ਼ ਹੋਣਗੇ। ਸੋ ਇਹ ਗਿਣਤੀ ਮੇਰੇ ਬਣਾ ਕੇ 25-30,000 ਤੱਕ ਪਹੁੰਚ ਜਾਂਦੀ ਹੈ। ਸੋ 30,000 ਬੰਦਿਆਂ ਨਾਲ ਓਲੰਪਿਕ ਖੇਡਾਂ ਕਰਾਉਣੀਆਂ ਕੋਈ ਆਸਾਨ ਕੰਮ ਨਹੀਂ ਹੋਵੇਗਾ, ਉਹ ਵੀ ਤਾਂ ਕਿ ਜਦੋਂ ਦਰਸ਼ਕ ਨਹੀਂ ਹੋਣਗੇ। ਐਨੀਵੇਜ਼ ਦੈਟ ਇਜ਼ ਅ ਡਿਫਰੈਂਟ ਇਸ਼ੂ। ਪਰ ਹੁਣ ਇੱਕ ਇਸ਼ੂ ਜਿਹੜਾ ਭਖ ਰਿਹਾ ਹੈ ਔਰ ਇਹ ਬੜਾ ਚਿੰਤਾਜਨਕ ਇਸ਼ੂ ਹੈ ਕਿ ਅਮਰੀਕਾ ਦੇ ਕੁਝ ਸੈਂਟਰਸ ਨੇ ਕਹਿ ਦਿੱਤਾ ਹੈ ਕਿ 2022 ਦੀਆਂ ਜਿਹੜੀਆਂ ਬੀਜਿੰਗ ਓਲੰਪਿਕਸ ਹੈ, ਇਹਨਾਂ ਬਾਰੇ ਵੀ ਦੁਬਾਰਾ ਸੋਚ ਵਿਚਾਰ ਕਰੋ। 10 ਸੈਨੇਟਰਸ ਦਾ ਗਰੁੱਪ ਨੇ ਇਹ ਇੱਕ ਮੰਗ ਕੀਤੀ ਹੈ ਕਿਉਂਕਿ ਚੀਨ ਦਾ ਜਿਹੜਾ ਹਿਊਮਨ ਰਾਈਟਸ ਦਾ ਟਰੈਕ ਰਿਕਾਰਡ ਹੈ ਬਹੁਤ ਮਾੜਾ ਹੈ ਅਤੇ ਇਸ ਕਰਕੇ ਵਿੰਟਰ ਓਲੰਪਿਕਸ ਜਿਹੜੀਆਂ 2022 ਬੀਜਿੰਗ ਚਾਈਨਾ ਵਿੱਚ ਹੋਣੀਆਂ ਨੇ, ਉਹਨਾਂ ਨੂੰ ਕਿਤੇ ਹੋਰ ਅਲਾਟ ਕਰ ਦਿੱਤਾ ਜਾਵੇ, ਕਿਸੇ ਹੋਰ ਕੰਟਰੀ ਨੂੰ, ਕਿਸੇ ਹੋਰ ਸ਼ਹਿਰ ਨੂੰ ਦੇ ਦਿੱਤਾ ਜਾਵੇ। ਤੇ ਉਹਨਾਂ ਨੇ ਇੱਕ ਮੋਹਲਤ ਦਿੱਤੀ ਹੈ ਕਿ ਅਗਰ ਚੀਨ ਜਨਵਰੀ 2021 ਤੱਕ ਆਪਣਾ ਹਿਊਮਨ ਰਾਈਟਸ ਦਾ ਟਰੈਕ ਰਿਕਾਰਡ ਠੀਕ ਨਹੀਂ ਕਰਦਾ ਤਾਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੂੰ ਇੱਕ ਦੁਬਾਰਾ ਬਿਡ ਇਨਵਾਈਟ ਕਰਨੀ ਚਾਹੀਦੀ ਹੈ ਕਿ 2022 ਦੀਆਂ ਵਿੰਟਰ ਓਲੰਪਿਕਸ ਕਿੱਥੇ ਹੋਣਗੀਆਂ। ਇਹ ਪਹਿਲੀ ਵਾਰ ਨਹੀਂ ਹੋਇਆ। ਜਦੋਂ ਚੀਨ ਨੂੰ 2008 ਦੀਆਂ ਸਮਰ ਓਲੰਪਿਕਸ ਮਿਲੀਆਂ ਸੀ ਤਾਂ ਉਦੋਂ ਵੀ ਬਹੁਤ ਸਾਰੇ ਦੇਸ਼ਾਂ ਨੇ ਓਬਜੈਕਸ਼ਨ ਕੀਤੇ ਸਨ। ਇਹ ਕਹਿ ਗਏ ਕਿ ਚੀਨ ਦੀ ਜਿਹੜਾ ਵਾਤਾਵਰਨ ਹੈ, ਹਵਾ ਆ, ਉਹ ਬੜੀ ਗੰਦੀ ਹੈ, ਖਰਾਬ ਹੈ, ਖਿਡਾਰੀਆਂ ਲਈ ਠੀਕ ਨਹੀਂ ਹੈ
और बहुत सारे खिलाड़ी बीमार हो सकते हैं, लेकिन चीन ने स्टैंड लिया और 2008 ਦੀਆਂ ਬੀਜਿੰਗ 올림픽ਸ ਬਹੁਤ ਸਫਲਤਾਪੂਰਵਕ ਕਰਾਈਆਂ ਗਈਆਂ। ਸੋ ਹੁਣ ਫਿਰ ਸਵਾਲ ਉੱਠੇ ਨੇ, ਪਰ ਇਸ ਵਾਰੀ ਸਵਾਲ ਉੱਠੇ ਨੇ ਹਿਊਮਨ ਰਾਈਟਸ ਵਾਇਓਲੇਸ਼ਨ ਦੇ, ਬਿਕਾਜ਼ ਚੀਨ ਵਿੱਚ ਇੱਕ ਵੱਡਾ ਧਾਰਮਿਕ ਗਰੁੱਪ ਰਹਿੰਦਾ ਹੈ ਜਿਨ੍ਹਾਂ ਦੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦਾ ਘਾਣ ਹੋ ਰਿਹਾ। ਇਹ ਕਹਿਣਾ ਹੈ ਅਮਰੀਕਾ ਦੇ ਉਹਨਾਂ ਸੈਨੇਟਰਾਂ ਦਾ ਜਿਨ੍ਹਾਂ ਨੇ ਇਹ ਡਿਮਾਂਡ ਇਸ਼ੂ ਕੀਤੀ ਹੈ। ਉਹ ਕਹਿੰਦੇ ਨੇ ਕਿ ਬਹੁਤ ਸਾਰੇ ਮੁਸਲਿਮ, ਜਿਵੇਂ ਹਾਂਗਕਾਂਗ ਵਿੱਚ ਜਿਸ ਤਰ੍ਹਾਂ ਦੇ ਚੀਨ ਗਵਰਨਮੈਂਟ ਕਾਨੂੰਨ ਚੇਂਜ ਕਰ ਰਹੀ ਹੈ, ਜਿਹੜਾ ਕਿ ਇਹਦਾ ਇੱਕ ਅਲੱਗ ਸਪੈਸ਼ਲ ਟੈਰੀਟਰੀ ਦਾ ਸਟੇਟਸ ਸੀ, ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਚੀਨ ਉਹਨੂੰ ਆਪਣੇ ਮੇਨਲੈਂਡ ਨਾਲ ਮਿਲਾਉਣਾ ਚਾਹੁੰਦਾ ਹੈ। ਇਸ ਦੀ ਅਮਰੀਕਾ ਨੇ ਤੇ ਹੋਰ ਦੇਸ਼ਾਂ ਨੇ ਵਿਰੋਧਤਾ ਕੀਤੀ ਹੈ ਅਤੇ ਉਹਦੇ ਨਾਲ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਵੱਡਾ ਤਬਕਾ ਜਿਹੜਾ ਕਿ ਇੱਕ ਧਾਰਮਿਕ ਫਿਰਕੇ ਨੂੰ ਬਿਲੋਂਗ ਕਰਦਾ ਹੈ ਉਹਦੇ ਨਾਲ ਜ਼ਿਆਦਤੀਆਂ ਹੋ ਰਹੀਆਂ ਨੇ। ਇਸ ਕਰਕੇ ਚੀਨ ਤੋਂ ਵਿੰਟਰ 올림픽ਸ ਲੈ ਲਈ ਜਾਣੇ ਚਾਹੀਦੀਆਂ ਨੇ। ਚਲੋ ਇਹ ਫੈਸਲਾ ਤਾਂ ਇੰਟਰਨੈਸ਼ਨਲ 올림픽 ਕਮੇਟੀ ਨੇ ਕਰਨਾ ਹੈ, ਬਿਕੋਜ਼ ਇਹ ਪਹਿਲੀ ਵਾਰ ਨਹੀਂ ਕਿ ਚੀਨ ਤੇ ਇਸ ਤਰ੍ਹਾਂ ਦੀ ਕ੍ਰਿਟਿਸਿਜ਼ਮ ਹੋ ਰਹੀ ਹੈ। ਪਰ ਸਭ ਤੋਂ ਜਿਹੜਾ ਚਿੰਤਾ ਦਾ ਵੱਡਾ ਵਿਸ਼ਾ ਹੈ ਉਹ ਹੈ 2024 ਦੀਆਂ ਪੈਰਿਸ 올림픽ਸ। ਫਰਾਂਸ ਦੇ ਇੱਕ ਪੁਰਾਣੇ 올림ਪੀਅਨ ਜਿਹੜਾ ਕਿ 110 ਮੀਟਰ ਵਿੱਚ ਗੋਲਡ ਮੈਡਲਿਸਟ ਸੀ 1976 ਵਿੱਚ ਤੇ 1972 ਵਿੱਚ ਸਿਲਵਰ ਮੈਡਲਿਸਟ ਸੀ, ਗਾਈ ਬਰੂਟ, ਤੇ ਇਸ ਵੇਲੇ ਇੰਟਰਨੈਸ਼ਨਲ 올림픽 ਕਮੇਟੀ ਦਾ ਉਹ ਮੈਂਬਰ ਹੈ ਔਰ ਕਿਸੇ ਸਮੇਂ ਉਹ ਫਰਾਂਸ ਦਾ ਸਪੋਰਟਸ ਮਿਨਿਸਟਰ ਵੀ ਰਿਹਾ। ਉਸ ਦਾ ਕਹਿਣਾ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਪੈਰਿਸ 2024 ਲਈ ਕ੍ਰੀਏਟ ਕੀਤਾ ਗਿਆ ਹੈ ਉਹ ਆਲਰੇਡੀ ਆਊਟਡੇਟਡ ਤੇ ਆਬਸੋਲੀਟ ਹੋ ਚੁੱਕਿਆ ਹੈ, ਬਿਕਾਜ਼ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਾਅਦ ਦੁਨੀਆ ਵਿੱਚ ਜੋ ਖੇਡਾਂ ਦਾ ਰੂਪ ਬਣਨ ਵਾਲਾ ਹੈ ਉਹ ਇਸ ਸਟੇਡੀਅਮ ਵਿੱਚ, ਇਸ ਕੰਪਲੈਕਸ ਜਿਹੜੇ ਬਣਾਏ ਗਏ ਨੇ ਉਹਨਾਂ ਵਿੱਚ ਉਹ ਰਿਫਲੈਕਟ ਨਹੀਂ ਹੁੰਦਾ। ਤੇ ਇਸ ਕਰਕੇ ਖੇਡਾਂ ਦੀ ਇੱਕ ਨਵੀਂ ਜਿਹੜੀ ਲੁੱਕ ਆਵੇਗੀ, ਇੱਕ ਜਿਹੜਾ ਨਵਾਂ ਰੂਪ ਮਿਲਣ ਵਾਲਾ ਹੈ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ, ਉਸ ਨੂੰ ਧਿਆਨ 'ਚ ਰੱਖ ਕੇ ਹੀ ਨਵੇਂ ਸਪੋਰਟਸ ਇਨਫਰਾਸਟ੍ਰਕਚਰ, ਨਵੇਂ ਸਪੋਰਟਸ ਸਟੇਡੀਅਮ ਡਿਜ਼ਾਈਨ ਕੀਤੇ ਜਾਣੇ ਚਾਹੀਦੇ ਨੇ। ਤੇ ਉਹਨਾਂ ਨੇ ਇਹ ਗੱਲ ਕਹੀ ਤਾਂ ਕਾਫੀ ਕੰਟਰੋਵਰਸੀ ਹੋਈ ਔਰ ਕਾਫੀ ਲੋਕ ਇਸ ਡਿਬੇਟ ਵਿੱਚ ਸ਼ਾਮਲ ਹੋ ਗਏ। ਹੁਣ ਇੱਥੋਂ ਤੱਕ ਕਿ ਪੈਰਿਸ ਦੇ ਇੱਕ ਸਿਟੀ ਕਾਉਂਸਲਰ ਨੇ ਵੀ ਡਿਮਾਂਡ ਕਰ ਦਿੱਤੀ ਹੈ ਕਿ ਇਹਦੇ ਤੇ ਕੀ ਪੈਰਿਸ ਨੂੰ 2024 ਦੀਆਂ 올림픽ਸ ਕਰਾਉਣੇ ਚਾਹੀਦੀਆਂ ਨੇ, ਇੱਥੇ ਰੈਫਰੈਂਡਮ ਕਰਾਇਆ ਜਾਵੇ। ਜੇ ਰੈਫਰੈਂਡਮ ਵਿੱਚ ਲੋਕ ਇਹਦੇ ਹੱਕ ਵਿੱਚ ਜਾਂਦੇ ਨੇ ਕਿ ਇੰਨਾ ਵੱਡਾ ਖਰਚਾ, ਜਦ ਕਿ ਫਰਾਂਸ ਇੱਕ ਬਹੁਤ ਵੱਡੇ ਰਿਸੈਸ਼ਨ ਵੱਲ ਵੱਧ ਰਿਹਾ ਹੈ ਔਰ ਕੋਰੋਨਾ ਵਾਇਰਸ ਕਰਕੇ ਉਹਨੇ ਬਹੁਤ ਹੈਵੀਲੀ ਸਫਰ ਕੀਤਾ ਹੈ ਔਰ ਉਹਦੀ ਫਿਸਕਲ ਹੈਲਥ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਤੇ ਕੀ ਇਹਨਾਂ ਹਾਲਾਤਾਂ ਵਿੱਚ ਜਦੋਂ ਇੰਨੀਆਂ ਕੈਜੂਅਲਟੀਜ਼ ਹੋਈਆਂ, ਇੰਨਾ ਨੁਕਸਾਨ ਹੋਇਆ ਔਰ ਇਕਨੋਮੀ ਬਿਲਕੁਲ ਥੱਲੇ ਜਾ ਰਹੀ ਹੈ, ਰਿਸੈਸ਼ਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਤਾਂ ਕੀ ਪੈਰਿਸ ਨੂੰ 2024 ਦੀਆਂ 올림픽ਸ ਕਰਾਉਣੇ ਚਾਹੀਦੀਆਂ ਨੇ? ਸੋ ਇਸ ਤਰ੍ਹਾਂ ਦੀਆਂ ਜਿਹੜੀ ਸਿਆਸਤ ਖੇਡਾਂ ਵਿੱਚ ਹੈ, ਸਪੈਸ਼ਲੀ ਟੌਪ ਲੈਵਲ ਤੇ, ਉਹਦੇ ਨਾਲ ਖਿਡਾਰੀ ਜ਼ਰੂਰ ਪਰੇਸ਼ਾਨ ਨੇ। ਉਹਨਾਂ ਨੂੰ ਲੱਗਦਾ ਕਿ ਪਹਿਲਾਂ ਤਾਂ ਕਰੋਨਾ ਕਰਕੇ ਹੀ ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਟੂਰਨਾਮੈਂਟਸ ਨੇ, ਇਵੈਂਟਸ ਨੇ, ਈਵਨ ਜਿਹੜੇ ਪ੍ਰਾਈਜ਼ ਮਨੀ ਟੂਰਨਾਮੈਂਟਸ ਨੇ, ਉਹ ਸਾਰੇ ਜਾਂ ਤੇ ਕੈਂਸਲ ਹੋ ਗਏ ਨੇ ਜਾਂ ਪੋਸਟਪੋਨ ਹੋ ਗਏ ਨੇ ਔਰ ਉਹਨਾਂ ਨੂੰ ਆਪਣੀ ਰੋਜ਼ੀ ਦੇ ਲਾਲੇ ਪਏ ਹੋਏ ਨੇ, ਰੋਜ਼ੀ ਰੋਟੀ ਕਮਾਉਣਾ ਮੁਸ਼ਕਿਲ ਹੋਇਆ। ਉੱਥੇ ਹੁਣ ਜੇ 올림픽ਸ ਵਿੱਚ ਵੀ ਇਸ ਤਰ੍ਹਾਂ ਦੀ ਸਿਆਸਤ ਵਧੀ ਜਾਵੇਗੀ ਤਾਂ ਕੀ ਭਵਿੱਖ ਹੋਵੇਗਾ ਖੇਡਾਂ ਦਾ? ਸੋ ਇਹ ਬੜੇ ਵੱਡੇ ਡਿਬੇਟ ਚੱਲ ਰਹੇ ਨੇ। ਇੰਟਰਨੈਸ਼ਨਲ 올림픽 ਕਮੇਟੀ ਇੱਕ ਪਾਸੇ ਹੈ, ਕੁਝ ਇੰਟਰਨੈਸ਼ਨਲ ਸਪੋਰਟਸ ਫੈਡਰੇਸ਼ਨ ਇੱਕ ਪਾਸੇ ਨੇ, ਕੁਝ ਨੈਸ਼ਨਲ 올림픽 ਕਮੇਟੀ ਇੱਕ ਪਾਸੇ ਨੇ। ਹੋਰ ਤਾਂ ਹੋਰ ਤੁਸੀਂ ਭਾਰਤ ਦੀ ਐਗਜ਼ਾਮਪਲ ਲੈ ਲਓ। ਭਾਰਤ ਦੀ 올림픽 ਜਿਹੜੀ ਐਸੋਸੀਏਸ਼ਨ ਹੈ ਉਹਦੇ ਪ੍ਰਧਾਨ ਤੇ ਸੈਕਟਰੀ ਜਨਰਲ, ਉਹਨਾਂ ਦੇ ਆਪਸ ਵਿੱਚ ਤਕਰਾਰਬਾਜ਼ੀ ਚੱਲ ਰਹੀ ਹੈ। ਪ੍ਰਧਾਨ ਜੀ ਕਹਿੰਦੇ ਨੇ ਸੈਕਟਰੀ ਜਨਰਲ ਨੂੰ ਕਿ ਤੁਸੀਂ ਕਿਉਂਕਿ ਦਿੱਲੀ ਵਿੱਚ ਨਹੀਂ ਰਹਿੰਦੇ, ਤੁਹਾਡੇ ਬਹੁਤ ਸਾਰੇ ਕੰਮ ਕਿਸੇ ਹੋਰ ਨੂੰ ਦਿੱਤੇ ਜਾ ਸਕਦੇ ਨੇ। ਤਾਂ ਉਹ ਸੈਕਟਰੀ ਜਨਰਲ ਸਾਹਿਬ ਦਾ ਕਹਿਣਾ ਹੈ ਕਿ ਨਹੀਂ, ਮੈਂ ਤਾਂ ਆਪਣੇ ਆਪ ਨੂੰ ਕਮਿਟ ਕੀਤਾ ਹੋਇਆ ਸਪੋਰਟਸ ਨਾਲ ਤੇ ਮੈਂ ਸਪੋਰਟਸ ਲਈ ਕੰਮ ਕਰਨ ਨੂੰ ਤਿਆਰ ਹਾਂ। 올림픽ਸ ਦੀ ਤਿਆਰੀ ਹੋ ਰਹੀ ਹੈ। ਇੰਡੀਅਨ 올림픽 ਐਸੋਸੀਏਸ਼ਨ ਦੇ ਪ੍ਰਧਾਨ ਤੇ ਸੈਕਟਰੀ ਜਨਰਲ ਆਪਸ ਵਿੱਚ ਇਸ ਵਿਵਾਦ ਵਿੱਚ ਫਸੇ ਹੋਏ ਨੇ। ਸੋ ਖੇਡਾਂ ਵਿੱਚ ਸਿਆਸਤ ਕੋਈ ਨਵੀਂ ਗੱਲ ਨਹੀਂ। ਸਿਆਸਤ ਕਈ ਢੰਗਾਂ ਦੀ ਹੈ। ਇੱਕ ਤਾਂ ਜਿਵੇਂ ਦੱਸਿਆ ਕਿ ਦੇਸ਼ਾਂ ਦੇ ਗਰੁੱਪ ਬਣੇ ਹੋਏ ਨੇ ਜਿਹੜੇ ਇੱਕ ਦੂਜੇ ਨਾਲ ਖੜਦੇ ਨੇ, ਇੱਕ ਦੂਜੇ ਨੂੰ ਵਿਰੋਧ ਕਰਦੇ ਨੇ। ਇੱਕ ਈਸਟ ਬਲਾਕ ਦੇ ਕੰਟਰੀ ਨੇ ਜਿਹਦੇ ਵਿੱਚ ਰਸ਼ੀਆ, ਬੁਲਗਾਰੀਆ ਇਹ ਕੰਟਰੀ ਸਨ। ਦੂਜੇ ਪਾਸੇ ਵੈਸਟਰਨ ਬਲਾਕ ਦੇ ਕੰਟਰੀ ਸਨ ਜਿਵੇਂ ਅਮਰੀਕਾ, ਜਰਮਨੀ, ਇੰਗਲੈਂਡ, ਫਰਾਂਸ ਸਨ। ਇਹਨਾਂ ਦੀ ਇੱਕ ਲੰਬੇ ਅਰਸੇ ਤੋਂ ਆਪਸ ਵਿੱਚ ਟਕਰਾਅ ਚੱਲਦਾ ਆ ਰਿਹਾ।
ਜੇ 1980 ਦੇ 올림픽ਸ ਦਾ ਮਾਸਕੋ ਦਾ ਬਾਈਕਾਟ ਹੋਇਆ ਤਾਂ 84 ਵਿੱਚ ਵੀ ਕੁਝ ਰਸ਼ੀਅਨ ਬਲਾਕ ਦੇ ਦੇਸ਼ਾਂ ਨੇ 올림픽ਸ ਦਾ ਬਾਈਕਾਟ ਕੀਤਾ। ਜਦੋਂ 올림픽ਸ ਚਾਈਨਾ ਵਿੱਚ ਗਈਆਂ 2008 ਵਿੱਚ ਤਾਂ ਬਹੁਤ ਸਾਰੇ ਕੰਟਰੀਆਂ ਨੇ ਉਹਦਾ ਵਿਰੋਧ ਕੀਤਾ, ਬਹੁਤ ਸਾਰੇ ਇਸ਼ੂ ਰੇਜ਼ ਕੀਤੇ। ਜਦੋਂ 2016 ਦੀਆਂ 올림픽ਸ ਪਹਿਲੀ ਵਾਰੀ ਸਾਊਥ ਅਮਰੀਕਾ ਗਈਆਂ ਰੀਓ 'ਚ, ਤਾਂ ਵੀ ਬਹੁਤ ਸਾਰੇ ਦੇਸ਼ਾਂ ਨੇ ਉਸ ਦਾ ਵਿਰੋਧ ਕੀਤਾ ਕਿ ਨਹੀਂ, ਰੀਓ ਤਾਂ ਇੱਕ ਕ੍ਰਾਈਮ ਦੀ ਕੈਪੀਟਲ ਹੈ, ਉੱਥੇ ਤਾਂ ਖੋਹਾਂ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਨੇ, ਫਵੇਲਾਸ ਬੜੇ ਨੋਟੋਰੀਅਸ ਨੇ, ਤੇ ਇਸ ਕਰਕੇ ਖਿਡਾਰੀਆਂ ਲਈ ਸੇਫ ਨਹੀਂ। ਉਸ ਵੇਲੇ ਜ਼ਾਇਕਾ ਵਾਇਰਸ ਦੀ ਵੀ ਗੱਲ ਹੋਈ ਸੀ। ਸੋ ਹੁਣ ਜਦੋਂ ਗੱਲ ਟੋਕੀਓ ਦੀ ਆਈ ਤਾਂ ਸਭ ਕੁਝ ਠੀਕ ਠਾਕ ਸੀ, ਲੇਕਿਨ ਕਰੋਨਾ ਦੀ ਮਹਾਮਾਰੀ ਨੇ ਸਾਰੀ ਇਹ ਖੇਡ ਕਾਰਵਾਈ ਨੂੰ ਤੇ ਰੋਕ ਲਗਾ ਕੇ ਸਿਆਸਤ ਨੂੰ ਅੱਗੇ ਲਿਆ ਆਂਦਾ ਹੈ। ਤੇ ਉਸ ਦੇ ਨਾਲ ਨਾਲ ਜਦੋਂ ਹੁਣ ਟੋਕੀਓ ਦੀ ਤਾਂ ਪੋਸਟਪੋਨਮੈਂਟ ਹੋ ਗਈ, ਲੇਕਿਨ ਆਉਣ ਵਾਲੇ ਇਵੈਂਟ ਤੇ ਜਿਹੜੇ ਹੁਣ ਕਿੰਤੂ ਪ੍ਰੰਤੂ ਹੋ ਰਹੇ ਨੇ, ਜਿਵੇਂ ਮੈਂ ਗੱਲ ਕੀਤੀ ਬੀਜਿੰਗ ਵਿੰਟਰ 올림픽ਸ 2022 ਦੀ ਜਾਂ ਪੈਰਿਸ ਹੋਣ ਵਾਲੇ 2024 ਦੇ ਖੇਡਾਂ ਦੀ, ਤਾਂ ਲੱਗਦਾ ਹੈ ਇੱਕ ਚਿੰਤਾ ਦਾ ਵਿਸ਼ਾ ਹੈ। ਖੇਡ ਅਧਿਕਾਰੀ ਕਿਉਂ ਨਹੀਂ ਮਿਲ ਬੈਠ ਸਕਦੇ ਅਤੇ ਇਸ ਤਰ੍ਹਾਂ ਦੇ ਡਿਫਰੈਂਸਿਸ ਕਿਉਂ ਨਹੀਂ ਸੌਰਟ ਆਊਟ ਕਰ ਸਕਦੇ। ਖੇਡਾਂ ਲਈ ਕਠਿਨ ਸਮਾਂ ਹੈ, ਸੋ ਉਮੀਦ ਕਰਨੀ ਚਾਹੀਦੀ ਹੈ ਕਿ ਇਹ ਸਾਡੇ ਖੇਡ ਅਧਿਕਾਰੀ ਤੇ ਖਿਡਾਰੀ ਮਿਲ ਬੈਠ ਕੇ ਇਸ ਤਰ੍ਹਾਂ ਦੇ ਡਿਫਰੈਂਸਿਸ ਨੂੰ ਸੌਰਟ ਆਊਟ ਕਰ ਲੈਣਗੇ ਤੇ ਅਸੀਂ ਖੇਡਾਂ ਵਿੱਚ ਵਾਪਸੀ ਉਹੀ ਐਕਟੀਵਿਟੀ, ਉਹੀ ਐਂਟਰਟੇਨਮੈਂਟ, ਉਹੀ ਐਕਸਾਈਟਮੈਂਟ ਫਿਰ ਦੇਖ ਸਕਾਂਗੇ। ਇਸ ਉਮੀਦ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਅਗਲੇ ਅੰਕ ਤੱਕ ਇਜਾਜ਼ਤ ਦਿਓ। ਰੱਬ ਰਾਖਾ।